BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਹਰੀਕੇਨ ਲੀ ਨਾਲ ਨੋਵਾ ਸਕੋਸ਼ੀਆ 'ਚ ਹੋਇਆ ਭਾਰੀ ਨੁਕਸਾਨ, ਹਜ਼ਾਰਾਂ ਲੋਕਾਂ ਦੇ ਘਰਾਂ ਵਿੱਚ ਅਜੇ ਵੀ ਨਹੀਂ ਆਈ ਇਲੈਕਟ੍ਰਿਸਿਟੀ। ਗ੍ਰੋਸਰੀ ਸਟੋਰ ਸਮਿਟ ਤੋਂ ਬਾਅਦ ਗ੍ਰੋਸਰੀ ਸਟੋਰਸ ਦੀਆਂ ਚੇਨਸ ਖਾਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਸਟੇਬਲ ਕਰਨ ਨੂੰ ਹੋਈਆਂ ਰਾਜ਼ੀ, ਸਮਿਟ 'ਚ ਮੌਜੂਦ ਮੰਤਰੀਆਂ ਨੇ ਦਿੱਤੀ ਜਾਣਕਾਰੀ। ਸੰਯੁਕਤ ਰਾਸ਼ਟਰ ਨੇ ਦਿੱਤੀ ਚੇਤਾਵਨੀ, ਲੀਬੀਆ 'ਚ ਹੜ੍ਹ ਨਾਲ ਆਏ ਸੰਕਟ ਤੋਂ ਬਾਅਦ ਹੁਣ ਬਿਮਾਰੀ ਫੈਲਣ ਨਾਲ ਦੂਜਾ ਸੰਕਟ ਹੋ ਸਕਦਾ ਹੈ ਪੈਦਾ। ਅਮਰੀਕਾ ਅਤੇ ਈਰਾਨ ਨੇ 6 ਬਿਲੀਅਨ ਅਮਰੀਕੀ ਡਾਲਰ ਅਨਫਰੀਜ਼ ਕੀਤੇ ਜਾਣ ਤੋਂ ਬਾਅਦ ਨਜ਼ਰਬੰਦਾਂ ਦੀ ਕੀਤੀ ਅਦਲਾ ਬਦਲੀ। ਹੁਣ ਖਬਰਾਂ ਵਿਸਥਾਰ ਨਾਲ। ਨੋਵਾ ਸਕੋਸ਼ੀਆ ਤੋਂ ਹਰੀਕੇਨ ਲੀ ਤੇ ਵਾਪਸ ਚਲਾ ਗਿਆ ਹੈ, ਪਰ ਤੂਫਾਨ ਨਾਲ ਨੋਵਾ ਸਕੋਸ਼ੀਆ 'ਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਲੰਘੇ ਐਤਵਾਰ ਨੂੰ ਆਏ ਹਰੀਕੇਨ ਲੀ ਨਾਲ ਕਈ ਥਾਵਾਂ ਤੇ ਬਿਜਲੀ ਚਲੀ ਗਈ, ਜਿਸ ਨੂੰ ਲੈ ਕੇ ਪਾਵਰ ਕਰੂ ਮੈਰੀਟਾਈਮਸ ਵਿੱਚ ਹਜ਼ਾਰਾਂ ਗਾਹਕਾਂ ਲਈ ਲਾਈਟਾਂ ਨੂੰ ਚਾਲੂ ਕਰਨ ਲਈ ਕੰਮ ਕਰ ਰਹੀ ਸੀ, ਕਿਉਂਕਿ ਹਰੀਕੇਨ ਲੀ ਤੋਂ ਬਾਅਦ ਡਿੱਗੇ ਹੋਏ ਦਰੱਖਤਾਂ ਅਤੇ ਟੁੱਟੀਆਂ ਤਾਰਾਂ ਕਰਕੇ ਪਾਵਰ ਆਊਟੇਜ ਦੀ ਸਮੱਸਿਆ ਪੈਦਾ ਹੋ ਗਈ ਹੈ। ਲੰਘੇ ਐਤਵਾਰ ਨੂੰ ਮੁੱਖ ਭੂਮੀ ਨੋਵਾ ਸਕੋਸ਼ੀਆ ਦੇ ਕੁਝ ਖੇਤਰਾਂ ਵਿੱਚ ਹਵਾਵਾਂ ਅਜੇ ਵੀ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਸਨ, ਕਿਉਂਕਿ ਤੂਫਾਨ ਹੌਲੀ-ਹੌਲੀ ਉੱਤਰ ਪੂਰਬੀ ਦਿਸ਼ਾ ਵਿੱਚ ਅਤੇ ਸੈਂਟ ਲਾਰੈਂਸ ਦੀ ਖਾੜੀ ਵਿੱਚ ਚਲਾ ਗਿਆ ਸੀ। ਅਮਰੀਕਾ ਦੇ ਨੈਸ਼ਨਲ ਹਰੀਕੇਨ ਸੈਂਟਰ ਨੇ ਕਿਹਾ ਕਿ ਤੂਫਾਨ ਬੀਤੇ ਸ਼ਨੀਵਾਰ ਨੂੰ ਸ਼ਾਮ 4 ਵਜੇ ਦੇ ਕਰੀਬ ਲੌਂਗ ਆਈਲੈਂਡ NS ਵਿੱਚ ਟਕਰਾਇਆ, ਜਿਸ ਵਿੱਚ ਵੱਧ ਤੋਂ ਵੱਧ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਹਾਲਾਂਕਿ ਕੋਈ ਵੱਡਾ ਬੁਨਿਆਦੀ ਢਾਂਚੇ ਦੇ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਕਿਸੇ ਦੇ ਲਾਪਤਾ ਹੋਣ, ਸੱਟਾਂ ਜਾਂ ਮੌਤ ਦੀ ਕੋਈ ਰਿਪੋਰਟ ਆਈ ਹੈ। ਜਾਣਕਾਰੀ ਮੁਤਾਬਕ ਹਰੀਕੇਨ ਲੀ ਨਾਲ ਨੋਵਾ ਸਕੋਸ਼ੀਆ ਦੇ ਬਾਰਡਰ ਦੇ ਦੱਖਣ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ 51 ਸਾਲਾ ਵਾਹਨ ਚਾਲਕ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਇੱਕ ਵੱਡਾ ਦਰੱਖਤ ਉਸ ਦੀ ਗੱਡੀ ਤੇ ਆ ਡਿੱਗਿਆ। ਨੋਵਾ ਸਕੋਸ਼ੀਆ ਪਾਵਰ ਯੂਨਿਟ ਨੇ ਕਿਹਾ ਕਿ 2,77,000 ਲੋਕ ਤੂਫਾਨ ਦੌਰਾਨ ਬਿਜਲੀ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਹਨ। ਹੈਲੀਫੈਕਸ, ਟਰੂਰੋ, ਨਿਊ ਗਲਾਸਗੋ ਅਤੇ ਪ੍ਰਾਂਤ ਦਾ ਪੱਛਮੀ ਹਿੱਸਾ, ਜਿਸ ਵਿੱਚ ਦੱਖਣੀ ਸ਼ੋਰ, ਐਨਾਪੋਲਿਸ ਵੈਲੀ ਅਤੇ ਡਿਗਬੀ, ਯੋਰਮਾਊਥ ਅਤੇ ਸ਼ੈਲਬਨ ਕਾਉਂਟੀ ਸ਼ਾਮਲ ਹਨ, ਤੂਫਾਨ ਨਾਲੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ, ਜਿਸ ਦੀ ਜਾਣਕਾਰੀ ਯੂਟਿਲਿਟੀ ਨੇ ਇੱਕ ਰਿਲੀਜ਼ ਵਿੱਚ ਦਿੱਤੀ। ਮੈਟ ਟਰੋਵਰ, ਨੋਵਾ ਸਕੋਸ਼ੀਆ ਪਾਵਰ ਸਟਰਮ ਲੀਡ ਨੇ ਲੰਘੇ ਐਤਵਾਰ ਨੂੰ ਤੜਕੇ ਕਿਹਾ ਕਿ 1,70,000 ਲੋਕਾਂ ਦੇ ਘਰਾਂ ਵਿੱਚ ਪਹਿਲਾਂ ਹੀ ਬਿਜਲੀ ਬਹਾਲ ਹੋ ਚੁੱਕੀ ਹੈ। ਜਿਵੇਂ ਹੀ ਸੂਬੇ ਦੇ ਬਹੁਤ ਸਾਰੇ ਖੇਤਰਾਂ ਵਿੱਚ ਹਵਾਵਾਂ ਘਟਣੀਆਂ ਸ਼ੁਰੂ ਹੋਈਆਂ, ਟਰੋਵਰ ਨੇ ਕਿਹਾ ਕਿ ਚਾਲਕ ਦਲ ਸੜਕਾਂ ਤੇ ਦਰੱਖਤਾਂ ਨੂੰ ਹਟਾ ਰਹੇ ਸਨ ਅਤੇ ਜਿੱਥੇ ਸੰਭਵ ਹੋ ਸਕੇ ਬਿਜਲੀ ਬਹਾਲ ਕਰ ਰਹੇ ਸਨ। ਨੁਕਸਾਨ ਦਾ ਜਾਇਜ਼ਾ ਲੈਣ ਲਈ ਹੈਲੀਫੈਕਸ ਖੇਤਰ ਵਿੱਚ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਜਦੋਂ ਕਿ ਸੂਬੇ ਦੇ ਪੱਛਮੀ ਹਿੱਸਿਆਂ ਵਿੱਚ ਜ਼ਮੀਨੀ ਸਥਿਤੀ ਦਾ ਸਰਵੇਖਣ ਕਰਨ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਕ ਨੋਵਾ ਸਕੋਸ਼ੀਆ 'ਚ ਰਹਿੰਦੇ ਲੋਕਾਂ ਨੂੰ ਹਰੀਕੇਨ ਲੀ ਨੂੰ ਲੈ ਕੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਟਰੋਵਰ ਦਾ ਕਹਿਣਾ ਹੈ ਕਿ ਹੁਣ ਕਈ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਵਾਪਸ ਲਿਆਇਆ ਜਾ ਰਿਹਾ ਹੈ। ਨੌਰਥ ਟੋਰਾਂਟੋ ਦੇ ਵੌਨ ਵਿੱਚ ਇੱਕ ਪਲਾਜ਼ਾ ਪਾਰਕਿੰਗ ਵਿੱਚ ਇੱਕ ਹੋਰ ਟੀਨੇਜ ਕੁੜੀ ਦੇ ਚਾਕੂਆਂ ਨਾਲ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ, ਜਿਸ ਦੇ ਇਲਜ਼ਾਮ ਵਿੱਚ 2 13 ਸਾਲ ਦੀ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੀਤੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਯੋਗ ਰੀਜਨਲ ਪੁਲਿਸ ਨੂੰ ਰਦਰਫੋਰਡ ਰੋਡ ਈਸਟ ਅਤੇ ਹਾਈਵੇ 400 ਦੇ ਨੇੜੇ ਇੱਕ ਪਲਾਜ਼ਾ ਵਿੱਚ ਇੱਕ ਫਾਸਟ ਫੂਡ ਰੈਸਟੋਰੈਂਟ ਵਿੱਚ ਨੌਜਵਾਨਾਂ ਦੇ ਇੱਕ ਸਮੂਹ ਵਿੱਚ ਕੁਝ ਡਿਸਟਰਬੈਂਸ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ ਸੀ। ਜਾਣਕਾਰੀ ਮਿਲਣ ਤੋਂ ਕੁਝ ਮਿੰਟਾਂ ਬਾਅਦ ਪੁਲਿਸ ਨੇ ਕਿਹਾ ਕਿ ਜਦੋਂ ਉਹ ਉੱਥੇ ਪਹੁੰਚੀ, ਉਸ ਤੋਂ ਪਹਿਲਾਂ ਪਾਰਕਿੰਗ ਵਿੱਚ ਲੜਾਈ ਹੋਈ ਅਤੇ ਇੱਕ 13 ਸਾਲ ਦੀ ਕੁੜੀ ਨੂੰ ਚਾਕੂ ਮਾਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਮੌਕੇ ਤੇ ਮੌਜੂਦ 2 ਕੁੜੀਆਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਾਣਕਾਰੀ ਦਿੱਤੀ ਕਿ ਪੀੜਤ ਕੁੜੀ ਤੇ ਕਈ ਵਾਰ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਮੌਕੇ ਤੇ ਹਮਲੇ ਲਈ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਜਾਂਚਕਰਤਾਵਾਂ ਮੁਤਾਬਕ ਪੀੜਤ ਨੂੰ ਗੈਰ ਜਾਨਲੇਵਾ ਹਾਲਤ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 2 ਸ਼ੱਕੀਆਂ, ਜਿਨ੍ਹਾਂ ਦੀ ਪਛਾਣ ਰਿਚਮੰਡ ਹਿਲ ਦੀ 13 ਸਾਲਾ ਕੁੜੀ ਅਤੇ ਵੌਨ ਦੀ ਰਹਿਣ ਵਾਲੀ 13 ਸਾਲਾਂ ਦੀ ਕੁੜੀ ਵਜੋਂ ਹੋਈ ਹੈ, ਦੋਵਾਂ ਤੇ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਦੀ ਪਛਾਣ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਉਪਬੰਧਾਂ ਦੇ ਤਹਿਤ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਮਾਮਲੇ ਵਿੱਚ ਇੱਕ ਕੁੜੀ ਨੂੰ ਬੇਲ ਹੀਅਰਿੰਗ ਵਾਸਤੇ ਅਜੇ ਵੀ ਹਿਰਾਸਤ 'ਚ ਰੱਖਿਆ ਗਿਆ ਹੈ, ਜਦੋਂ ਕਿ ਇੱਕ ਸ਼ੱਕੀ ਮੁਲਜ਼ਮ ਕੁੜੀ ਨੂੰ ਰਿਹਾ ਕਰ ਦਿੱਤਾ ਗਿਆ, ਜਿਸ ਨੂੰ 19 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਬੀਤੇ ਦਿਨ ਕੀਤੇ ਆਪਣੇ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਜਿਸ ਪਲਾਜ਼ਾ ਪਾਰਕਿੰਗ ਵਿੱਚ ਇਹ ਘਟਨਾ ਵਾਪਰੀ, ਉੱਥੇ ਬਹੁਤ ਸਾਰੇ ਰੈਸਟੋਰੈਂਟਸ ਹਨ ਅਤੇ ਕਾਫੀ ਲੋਕਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ। ਜੇਕਰ ਕਿਸੇ ਨੇ ਵੀ ਇਹ ਘਟਨਾ ਆਪਣੀ ਅੱਖਾਂ ਨਾਲ ਹੁੰਦੀ ਦੇਖੀ ਹੈ ਜਾਂ ਕਿਸੇ ਕੋਲ ਵੀ ਕੋਈ ਸਬੂਤ ਜਾਂ ਡੈਸ਼ ਕੈਮ ਦੀ ਵੀਡੀਓ ਹੈ, ਤਾਂ ਉਹਨਾਂ ਵਿਅਕਤੀਆਂ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਇਸ ਮਾਮਲੇ 'ਚ ਸਹੀ ਅਤੇ ਨਿਰਪੱਖ ਜਾਂਚ ਕੀਤੀ ਜਾ ਸਕੇ। ਜਾਂਚਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਦੀ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਹਨ, ਤਾਂ ਜਿਨ੍ਹਾਂ ਕੋਲ ਉਹ ਵੀਡੀਓਜ਼ ਹਨ ਉਹਨਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਤੇ ਜੇਕਰ ਕੋਈ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦਾ ਤਾਂ ਉਹ ਅਗਿਆਤ ਤੌਰ ਤੇ ਕ੍ਰਾਈਮ ਸਟਾਪਰਸ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦੇ ਸਕਦੇ ਹਨ।
ਉਦਯੋਗ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਂਪੇਨ ਨੇ ਬੀਤੇ ਦਿਨ ਕਿਹਾ ਕਿ ਕੈਨੇਡਾ ਦੀਆਂ 5 ਸਭ ਤੋਂ ਵੱਡੀਆਂ ਗਰੋਸਰੀ ਸਟੋਰਸ ਚੇਨਸ ਦੇ ਮੁਖੀ ਭੋਜਨ ਦੀਆਂ ਕੀਮਤਾਂ ਨੂੰ ਸਟੇਬਲ ਕਰਨ ਲਈ ਫੈਡਰਲ ਸਰਕਾਰ ਨਾਲ ਕੰਮ ਕਰਨ ਲਈ ਸਹਿਮਤ ਹੋ ਗਏ ਹਨ। ਸ਼ੈਂਪੇਨ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਓਟਵਾ ਵਿੱਚ ਲੋਬਲਾ, ਸੋਬੇਜ਼, ਮੈਟਰੋ, ਕੋਸਕੋ ਅਤੇ ਵਾਲਮਾਰਟ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਸ਼ੈਂਪੇਨ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਮੁਸ਼ਕਿਲ ਚਰਚਾਵਾਂ ਹਨ, ਪਰ ਇੱਕ ਸਮੇਂ ਵਿੱਚ ਬਹੁਤ ਜ਼ਰੂਰੀ ਮੁੱਦਾ ਬਣ ਗਿਆ ਸੀ ਜਦੋਂ ਕੈਨੇਡੀਅਨ ਗਰੋਸਰੀ ਸਟੋਰਸ ਦੀਆਂ ਉੱਚੀਆਂ ਕੀਮਤਾਂ ਨੂੰ ਲੋਕਾਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਸ਼ੈਂਪੇਨ ਨੇ ਕਿਹਾ ਕਿ ਮੈਂ ਸਾਡੇ ਵਿਚਾਰ ਵਟਾਂਦਰੇ ਦੇ ਉਸਾਰੂ ਸੁਭਾਅ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਵੱਡੇ ਗਰੋਸਰੀ ਸਟੋਰਸ ਦੇ ਮੁਖੀ ਕੈਨੇਡਾ ਵਿੱਚ ਭੋਜਨ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਸਰਕਾਰ ਨਾਲ ਕੰਮ ਕਰਨ ਲਈ ਸਹਿਮਤ ਹੋਏ ਹਨ। ਜ਼ਿਕਰਯੋਗ ਹੈ ਕਿ ਲੰਘੇ ਵੀਰਵਾਰ ਨੂੰ ਕੈਨੇਡਾ ਦੇ ਵੱਡੇ ਗਰੋਸਰੀ ਸਟੋਰਸ ਦੇ ਮੁਖੀਆਂ ਨੂੰ ਮੀਟਿੰਗ ਲਈ ਸੱਦਾ ਭੇਜਿਆ ਗਿਆ ਸੀ, ਜਿਸ ਵਿੱਚ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਓਟਵਾ ਆਉਣ ਲਈ ਕਿਹਾ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਜੀਵਨ ਦੀ ਵੱਧਦੀ ਲਾਗਤ ਅਤੇ ਮਹਿੰਗਾਈ ਨੂੰ ਹੱਲ ਕਰਨ ਲਈ ਪਿਛਲੇ ਹਫ਼ਤੇ ਕਈ ਕਿਫਾਇਤੀ ਉਪਾਵਾਂ ਦੇ ਐਲਾਨ ਕਰਨ ਤੋਂ ਬਾਅਦ ਸੀਈਓਜ਼ ਨੂੰ ਮਿਲਣ ਲਈ ਸੱਦਾ ਦਿੱਤਾ ਗਿਆ ਸੀ। ਟਰੂਡੋ ਨੇ ਕਿਹਾ ਕਿ ਜੇਕਰ ਚੇਨ ਥੈਂਕਸਗਿਵਿੰਗ ਵੱਲੋਂ ਫੈਡਰਲ ਸਰਕਾਰ ਨਾਲ ਆਪਣੀਆਂ ਯੋਜਨਾਵਾਂ ਸਾਂਝੀਆਂ ਕਰਨ ਵਿੱਚ ਅਸਫਲ ਰਹਿੰਦੀਆਂ ਹਨ ਤਾਂ ਓਟਵਾ ਕਾਰਵਾਈ ਕਰੇਗਾ ਅਤੇ ਜੇ ਉਹਨਾਂ ਦੀ ਯੋਜਨਾ ਅਸਲ ਰਾਹਤ ਪ੍ਰਦਾਨ ਨਹੀਂ ਕਰਦੀ ਤਾਂ ਅਸੀਂ ਅਗਲੀ ਕਾਰਵਾਈ ਕਰਾਂਗੇ ਅਤੇ ਅਸੀਂ ਟੈਕਸ ਉਪਾਵਾਂ ਸਮੇਤ ਕਿਸੇ ਵੀ ਚੀਜ਼ ਤੋਂ ਇਨਕਾਰ ਨਹੀਂ ਕਰ ਰਹੇ ਹਾਂ। ਟਰੂਡੋ ਨੇ ਬੀਤੇ ਦਿਨ ਕਿਹਾ ਕਿ ਮੀਟਿੰਗ ਇਹ ਯਕੀਨੀ ਬਣਾਉਣ ਲਈ ਬੁਲਾਈ ਗਈ ਸੀ ਕਿ ਕਰਿਆਨੇ ਦੀਆਂ ਕੰਪਨੀਆਂ ਦੀਆਂ ਭੋਜਨ ਦੀਆਂ ਕੀਮਤਾਂ ਤੇ ਲਗਾਮ ਲਗਾਉਣ ਦੀ ਯੋਜਨਾ ਹੈ। ਬਹੁਤ ਸਾਰੇ ਪਰਿਵਾਰਾਂ ਲਈ ਭੋਜਨ ਬਹੁਤ ਮਹਿੰਗਾ ਹੈ ਅਤੇ ਉਹ ਰਿਕਾਰਡ ਮੁਨਾਫਾ ਕਮਾ ਰਹੇ ਹਨ ਅਤੇ ਇਸ ਲਈ ਅਸੀਂ ਉਹਨਾਂ ਨੂੰ ਜਵਾਬਦੇਹ ਬਣਾ ਰਹੇ ਹਾਂ। ਟਰੂਡੋ ਨੇ ਹਾਊਸ ਆਫ ਕਾਮਨਸ ਵਿੱਚ ਜਾਂਦੇ ਹੋਏ ਇਹ ਗੱਲ ਕਹੀ ਸੀ। ਕੈਲਗਰੀ ਦੇ ਇੱਕ ਪਾਦਰੀ ਨੂੰ ਫਰਵਰੀ 2022 ਵਿੱਚ ਕਾਊਟ ਸਰਹੱਦੀ ਨਾਕਾਬੰਦੀ ਵਿੱਚ ਸ਼ਮੂਲੀਅਤ ਲਈ 60 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਆਰਟਰ ਪਾਵਲੋਵਸਕੀ ਨੂੰ ਬੀਤੇ ਦਿਨ ਸਵੇਰੇ ਲੈਥਬ੍ਰਿਜ ਅਦਾਲਤ ਵਿੱਚ ਇਸ ਮਾਮਲੇ 'ਚ ਸਜ਼ਾ ਸੁਣਾਈ ਗਈ। ਸਥਾਨਕ ਰਿਪੋਰਟਾਂ ਮੁਤਾਬਕ ਪਾਵਲੋਵਸਕੀ ਨੂੰ ਕੋਵਿਡ-19 ਜਨਤਕ ਸਿਹਤ ਉਪਾਵਾਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਉਸ ਦੀ ਭੂਮਿਕਾ ਲਈ ਹਰ ਇੱਕ ਸ਼ਰਾਰਤ ਅਤੇ ਇੱਕ ਰਿਲੀਜ਼ ਆਰਡਰ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਨੂੰ ਲੈ ਕੇ ਬੀਤੇ ਦਿਨ ਅਦਾਲਤ ਵੱਲੋਂ ਪਾਵਲੋਵਸਕੀ ਨੂੰ 60 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਾਉਣ ਦੇ ਦੌਰਾਨ ਬਚਾਅ ਪੱਖ ਨੇ ਕਿਹਾ ਕਿ ਪਾਵਲੋਵਸਕੀ ਨੇ ਨਾਕਾਬੰਦੀ ਦੌਰਾਨ ਆਪਣੀਆਂ ਕਾਰਵਾਈਆਂ ਵਿੱਚ ਆਪਣੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ। ਕਾਊਟਸ ਐਲਟਾ ਵਿਖੇ ਹੋਏ ਵਿਰੋਧ ਪ੍ਰਦਰਸ਼ਨਾਂ ਨੇ 2022 ਦੇ ਸ਼ੁਰੂ ਵਿੱਚ 2 ਹਫ਼ਤਿਆਂ ਤੋਂ ਵੱਧ ਸਮੇਂ ਲਈ ਸੰਯੁਕਤ ਰਾਜ ਵਿੱਚ ਪ੍ਰਾਂਤ ਦੇ ਮੁੱਖ ਸਰਹੱਦੀ ਲਾਂਘੇ ਨੂੰ ਰੋਕ ਦਿੱਤਾ ਸੀ। ਪਾਵਲੋਵਸਕੀ ਦੇ ਮੁਕੱਦਮੇ ਦੌਰਾਨ ਕ੍ਰਾਊਨ ਪ੍ਰੋਸੀਕਿਊਟਰਾਂ ਨੇ ਕਿਹਾ ਕਿ ਫਰਵਰੀ 2022 ਵਿੱਚ ਟਰੱਕ ਚਲਾਉਣ ਵਾਲਿਆਂ ਨੂੰ ਉਸ ਦੇ ਭਾਸ਼ਣ ਨੇ ਅਸ਼ਾਂਤੀ ਦੀਆਂ ਅੱਗਾਂ ਨੂੰ ਭੜਕਾਇਆ ਅਤੇ ਉਹਨਾਂ ਨੂੰ ਹੋਰ 2 ਹਫ਼ਤਿਆਂ ਲਈ ਬਾਰਡਰ ਕ੍ਰਾਸਿੰਗ ਤੇ ਰਹਿਣ ਲਈ ਮਜਬੂਰ ਹੋਣਾ ਪਿਆ, ਜਿਸ ਵਿੱਚ ਪਾਦਰੀ ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਕਾਨੂੰਨੀ ਅਧਿਕਾਰਾਂ ਤੋਂ ਬਿਨਾਂ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਇੱਕ ਗਿਣਤੀ ਦੇ ਤੀਜੇ ਦੋਸ਼ ਤੇ ਰੋਕ ਲਗਾ ਦਿੱਤੀ ਗਈ ਸੀ। ਓਨਟਾਰੀਓ ਦੀ ਸੁਪੀਰੀਅਰ ਕੋਰਟ ਨੇ ਸੈਕਸ ਵਰਕਰਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਸਮੂਹਾਂ ਦੇ ਗੱਠਜੋੜ ਦੁਆਰਾ ਸ਼ੁਰੂ ਕੀਤੀ ਚਾਰਟਰ ਚੁਣੌਤੀ ਨੂੰ ਖਾਰਜ ਕਰ ਦਿੱਤਾ ਹੈ। ਇਹ ਫੈਸਲਾ ਕਰਦੇ ਹੋਏ ਕਿ ਸੈਕਸ ਵਰਕਰ ਤੇ ਕੈਨੇਡਾ ਦੇ ਅਪਰਾਧਿਕ ਕਾਨੂੰਨ ਸੰਵਿਧਾਨਕ ਹਨ। ਜਸਟਿਸ ਰੋਬਰਟ ਗੋਲਡਸਟੀਨ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਕੰਜ਼ਰਵੇਟਿਵ ਸਰਕਾਰ ਦੁਆਰਾ ਲਿਆਂਦਾ ਗਿਆ ਕਮਿਊਨਿਟੀਜ਼ ਐਂਡ ਐਕਸਪਲੋਇਟਡ ਪਰਸਨ ਐਕਟ ਕਾਨੂੰਨੀ ਮੁਕੱਦਮੇ ਤੋਂ ਸੈਕਸ ਵਰਕਰਾਂ ਦੀ ਰੱਖਿਆ ਕਰਦੇ ਹੋਏ ਸਭ ਤੋਂ ਵੱਧ ਸ਼ੋਸ਼ਣਕਾਰੀ ਪਹਿਲੂਆਂ ਦੀ ਪਾਬੰਦੀ ਨੂੰ ਸੰਤੁਲਿਤ ਕਰਦਾ ਹੈ। ਗੋਲਡਸਟੀਨ ਨੇ ਪਾਇਆ ਕਿ ਕਾਨੂੰਨ ਸੰਵਿਧਾਨਕ ਹਨ ਅਤੇ ਸੈਕਸ ਵਰਕਰਾਂ ਨੂੰ ਸੁਰੱਖਿਆ ਉਪਾਅ ਕਰਨ, ਗੈਰ ਸ਼ੋਸ਼ਣ ਕਰਨ ਵਾਲੀਆਂ ਤੀਜੀਆਂ ਧਿਰਾਂ ਦੀਆਂ ਸੇਵਾਵਾਂ ਨੂੰ ਸ਼ਾਮਲ ਕਰਨ ਜਾਂ ਜਿਨਸੀ ਸੇਵਾਵਾਂ ਦੀ ਵਿਕਰੀ ਜਾਂ ਇਸ਼ਤਿਹਾਰਬਾਜ਼ੀ ਲਈ ਚਾਰਜ ਕੀਤੇ ਜਾਣ ਦੇ ਡਰ ਤੋਂ ਬਿਨਾਂ ਪੁਲਿਸ ਸਹਾਇਤਾ ਲੈਣ ਤੋਂ ਨਹੀਂ ਰੋਕਦੇ। ਕੈਨੇਡੀਅਨ ਅਲਾਈਅੰਸ ਫॉर ਸੈਕਸ ਵਰਕ ਲਾਅ ਰਿਫਾਰਮ ਨੇ ਪਿਛਲੀ ਗਿਰਾਵਟ ਵਿੱਚ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਕੈਨੇਡਾ ਦੇ ਬੇਸਵਾਗਾਮਣੀ ਕਾਨੂੰਨ ਉਦਯੋਗ ਦੇ ਕਰਮਚਾਰੀਆਂ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਭਾਈਚਾਰਿਆਂ ਅਤੇ ਸ਼ੋਸ਼ਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਐਕਟ 2014 ਵਿੱਚ ਪਾਸ ਕੀਤਾ ਗਿਆ ਸੀ। ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਪਿਛਲੇ ਬੇਸਵਾ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਲਗਭਗ 1 ਸਾਲ ਬਾਅਦ ਜਦੋਂ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਮੌਜੂਦਾ ਵਿਵਸਥਾਵਾਂ ਅਨੁਪਾਤਕ, ਓਵਰਬ੍ਰੌਡ ਅਤੇ ਸੈਕਸ ਵਰਕਰਾਂ ਨੂੰ ਨੁਕਸਾਨ ਦੇ ਖਤਰੇ ਵਿੱਚ ਪਾਉਂਦੀਆਂ ਸਨ। ਹਾਲਾਂਕਿ ਬੇਸਵਾਗਾਮਣੀ ਪਿਛਲੇ ਕਾਨੂੰਨਾਂ ਦੇ ਤਹਿਤ ਕਾਨੂੰਨੀ ਸੀ। ਲਗਭਗ ਸਾਰੀਆਂ ਸੰਬੰਧਿਤ ਗਤੀਵਿਧੀਆਂ ਜਿਵੇਂ ਕਿ ਬੇਸਵਾਗਾਮਣੀ ਚਲਾਉਣਾ, ਪਿਪਿੰਗ ਕਰਨਾ ਅਤੇ ਬੇਸਵਾਗਾਮਣੀ ਦੇ ਉਦੇਸ਼ਾਂ ਲਈ ਜਨਤਕ ਸਥਾਨ ਤੇ ਸੰਚਾਰ ਕਰਨ ਦੇ ਕਾਨੂੰਨ ਦੇ ਵਿਰੁੱਧ ਸਨ। ਲੰਡਨ ਐਬਿਊਜ਼ ਵੂਮਨ ਸੈਂਟਰ ਦੀ ਕਾਰਜਕਾਰੀ ਨਿਰਦੇਸ਼ਕ ਜੈਨੀਫਰ ਡਨ ਨੇ ਪਿਛਲੇ ਸਾਲ ਅਕਤੂਬਰ ਵਿੱਚ ਇੱਕ ਮੀਡੀਆ ਚੈਨਲ ਨੂੰ ਦੱਸਿਆ ਸੀ ਕਿ ਜੇਕਰ ਸੈਕਸ ਵਪਾਰ ਨੂੰ ਅਪਰਾਧਿਕ ਕਰਾਰ ਦੇਣਾ ਹੁੰਦਾ ਹੈ ਤਾਂ ਤਸਕਰਾਂ ਨੂੰ ਜਵਾਬਦੇਹ ਠਹਿਰਾਉਣਾ ਔਖਾ ਹੋਵੇਗਾ।
ਲੀਬੀਆ ਦੇ ਉੱਤਰ ਪੂਰਬ 'ਚ ਵੱਡੇ ਪੱਧਰ ਤੇ ਹੜ੍ਹ ਨਾਲ ਹੋਏ ਜਾਨੀ ਨੁਕਸਾਨ ਤੋਂ ਬਾਅਦ ਹੁਣ ਦੂਜੀ ਆਪਦਾ ਦੀ ਚੇਤਾਵਨੀ ਦਿੱਤੀ ਗਈ ਹੈ। ਇਹ ਚੇਤਾਵਨੀ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਲੀਬੀਆ ਦੇ ਉੱਤਰ ਪੂਰਬ ਵਿੱਚ ਇੱਕ ਬਿਮਾਰੀ ਦਾ ਪ੍ਰਕੋਪ ਦੂਜਾ ਵਿਨਾਸ਼ਕਾਰੀ ਸੰਕਟ ਪੈਦਾ ਕਰ ਸਕਦਾ ਹੈ, ਕਿਉਂਕਿ ਦੂਸ਼ਿਤ ਪਾਣੀ ਪੀਣ ਨਾਲ ਪੀਣ ਵਾਲਿਆਂ ਵਿੱਚ ਦਸਤ ਫੈਲ ਸਕਦੇ ਹਨ। ਇੱਕ ਬਿਆਨ ਵਿੱਚ ਲੀਬੀਆ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ ਕਿਹਾ ਕਿ ਉਹ ਭੂਮੱਧ ਸਾਗਰ ਤੂਫਾਨ ਡੈਨੀਅਲ ਦੌਰਾਨ 11 ਸਤੰਬਰ ਨੂੰ ਪੂਰਬੀ ਸ਼ਹਿਰ ਡਰਨਾ ਵਿੱਚ ਵਹਿਣ ਵਾਲੇ ਪਾਣੀ ਦੀ ਡੈਮ ਦੇ ਟੁੱਟਣ ਤੋਂ ਬਾਅਦ ਪਾਣੀ ਦੇ ਦੂਸ਼ਿਤ ਹੋਣ ਅਤੇ ਸਫਾਈ ਦੀ ਘਾਟ ਬਾਰੇ ਵਿਸ਼ੇਸ਼ ਤੌਰ ਤੇ ਚਿੰਤਤ ਹਨ। ਜਾਣਕਾਰੀ ਮੁਤਾਬਕ ਲੀਬੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅਧਿਕਾਰੀ ਅਤੇ ਸਹਾਇਤਾ ਏਜੰਸੀਆਂ ਵੱਲੋਂ ਲਗਭਗ 4000 ਤੋਂ ਲੈ ਕੇ 11000 ਤੱਕ ਦੱਸੀ ਜਾ ਰਹੀ ਹੈ। ਮਿਸ਼ਨ ਨੇ ਕਿਹਾ ਕਿ ਤਬਾਹੀ ਦਾ ਜਵਾਬ ਦੇਣ ਵਾਲੀਆਂ 9 ਸੰਯੁਕਤ ਰਾਸ਼ਟਰ ਏਜੰਸੀਆਂ ਬਿਮਾਰੀਆਂ ਨੂੰ ਫੜਨ ਤੋਂ ਰੋਕਣ ਅਤੇ ਤਬਾਹ ਹੋਏ ਦੇਸ਼ ਵਿੱਚ ਇੱਕ ਹੋਰ ਸੰਕਟ ਪੈਦਾ ਨਾ ਹੋਵੇ ਉਸ ਤੇ ਕੰਮ ਕਰ ਰਹੀਆਂ ਹਨ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਤੋਂ 28 ਟਨ ਮਤਲਬ 25 ਮੈਟ੍ਰਿਕ ਟਨ ਡਾਕਟਰੀ ਸਪਲਾਈ ਮਿਲ ਰਹੀ ਹੈ। ਲੀਬੀਆ ਦੇ ਰੋਗਾਂ ਦਾ ਮੁਕਾਬਲਾ ਕਰਨ ਵਾਲੇ ਕੇਂਦਰ ਦੇ ਮੁਖੀ ਹੈਦਰ ਅਲ ਸੈਨ ਨੇ ਉੱਥੋਂ ਦੇ ਸਥਾਨਕ ਟੈਲੀਵਿਜ਼ਨ ਨੂੰ ਦੱਸਿਆ ਕਿ ਡਰਨਾ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਘੱਟੋ-ਘੱਟ 150 ਲੋਕਾਂ ਨੂੰ ਦਸਤ ਲੱਗ ਗਏ ਹਨ, ਪਰ ਇਸ ਮਾਮਲੇ 'ਚ ਅਜੇ ਕੋਈ ਹੋਰ ਅਪਡੇਟ ਨਹੀਂ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬੇਨਗਾਜ਼ੀ ਅਤੇ ਟੋਬਰੁਕ ਦੇ ਨੇੜਲੇ ਸ਼ਹਿਰਾਂ ਦੇ ਵਸਨੀਕਾਂ ਨੇ ਵਿਸਥਾਪਿਤ ਲੋਕਾਂ ਨੂੰ ਰੱਖਣ ਦੀ ਪੇਸ਼ਕਸ਼ ਕੀਤੀ ਹੈ, ਜਦੋਂ ਕਿ ਵਲੰਟੀਅਰ ਮਲਬੇ ਹੇਠਾਂ ਦੱਬੇ ਬੱਚੇ ਲੋਕਾਂ ਦੀ ਭਾਲ ਕਰ ਰਹੇ ਹਨ। ਇਸ ਤਬਾਹੀ ਨੇ ਤੇਲ ਨਾਲ ਭਰਪੂਰ ਲੀਬੀਆ ਵਿੱਚ ਕੁਝ ਦੁਰਲੱਭ ਏਕਤਾ ਲਿਆ ਦਿੱਤੀ ਹੈ, ਜੋ ਕਿ 2014 ਤੋਂ ਵਿਰੋਧੀ ਪ੍ਰਸ਼ਾਸਨ ਵਿਚਕਾਰ ਵੰਡਿਆ ਹੋਇਆ ਹੈ। ਦੋਵਾਂ ਨੂੰ ਅੰਤਰਰਾਸ਼ਟਰੀ ਸਰਪ੍ਰਸਤਾਂ ਅਤੇ ਹਥਿਆਰਬੰਦ ਮਿਲਸ਼ੀਆਂ ਦਾ ਸਮਰਥਨ ਪ੍ਰਾਪਤ ਹੈ, ਜਿਸ ਦਾ ਪ੍ਰਭਾਵ ਇੱਕ ਨਾਟੋ ਸਮਰਥਿਤ ਅਰਬ ਬਸੰਤੇ ਵਿਦਰੋਹ ਨੇ ਤਾਨਾਸ਼ਾਹ ਸ਼ਾਸਕ ਨੂੰ ਪਛਾੜਨ ਤੋਂ ਬਾਅਦ ਦੇਸ਼ ਵਿੱਚ ਵਧਿਆ ਹੈ। ਰਿਪੋਰਟਾਂ ਮੁਤਾਬਕ ਵਿਰੋਧੀ ਸਰਕਾਰਾਂ ਨੇ ਬੰਦਰਗਾਹ ਸ਼ਹਿਰ ਅਤੇ ਹੋਰ ਪ੍ਰਭਾਵਿਤ ਖੇਤਰਾਂ ਵਿੱਚ ਮਾਨਵਤਾਵਾਦੀ ਟੀਮਾਂ ਤਾਇਨਾਤ ਕੀਤੀਆਂ ਹਨ, ਪਰ ਮਾੜੇ ਤਾਲਮੇਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਸਹਾਇਤਾ ਪ੍ਰਾਪਤ ਕਰਨ ਵਿੱਚ ਮੁਸ਼ਕਲ ਅਤੇ ਕਈ ਪੁਲਾਂ ਸਮੇਤ ਡਰਨਾ ਦੇ ਬੁਨਿਆਦੀ ਢਾਂਚੇ ਦੀ ਤਬਾਹੀ ਨੇ ਉਹਨਾਂ ਦੇ ਯਤਨਾਂ ਵਿੱਚ ਰੁਕਾਵਟ ਪਾਈ ਹੈ। ਇੱਕ ਐਸੋਸੀਏਟਿਡ ਪ੍ਰੈਸ ਪੱਤਰਕਾਰ ਦੁਆਰਾ ਸ਼ੂਟ ਕੀਤੀ ਗਈ ਫੁਟੇਜ ਵਿੱਚ ਸੈਂਕੜੇ ਲੀਬੀਆ ਦੇ ਆਦਮੀਆਂ ਨੂੰ ਡਰਨਾ ਵਿੱਚ ਇੱਕ ਮਸਜਿਦ ਦੇ ਬਾਹਰ ਇਕੱਠੇ ਹੋਏ ਦਿਖਾਇਆ ਗਿਆ ਸੀ। ਇਸ ਤੋਂ ਪਹਿਲਾਂ ਕਿ ਇੱਕ ਵਿਅਕਤੀ ਨੇ ਇਮਾਰਤ ਦੇ ਪ੍ਰਵੇਸ਼ ਦੁਆਰ ਤੇ ਮੰਗਾਂ ਦੀ ਇੱਕ ਸੂਚੀ ਪੜ੍ਹੀ। ਉਸ ਆਦਮੀ ਨੇ ਲੀਬੀਆ ਦੇ ਅਧਿਕਾਰੀਆਂ ਨੂੰ ਤਬਾਹੀ ਦੀ ਆਪਣੀ ਜਾਂਚ ਵਿੱਚ ਤੇਜ਼ੀ ਲਿਆਉਣ, ਸੰਯੁਕਤ ਰਾਸ਼ਟਰ ਨੂੰ ਡਰਨਾ ਵਿੱਚ ਇੱਕ ਦਫ਼ਤਰ ਸਥਾਪਿਤ ਕਰਨ, ਸ਼ਹਿਰ ਦੇ ਤੁਰੰਤ ਪੁਨਰ ਨਿਰਮਾਣ ਅਤੇ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਮੁਆਵਜ਼ਾ ਦੇਣ ਲਈ ਕਿਹਾ, ਜਿਸ ਤੋਂ ਬਾਅਦ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਲੀਬੀਆ ਦੇ ਨਾਂ ਤੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਦੱਖਣੀ ਕੋਰੀਆ 'ਚ ਈਰਾਨ ਦੀ ਫ੍ਰੀਜ਼ ਕੀਤੀ ਗਈ 6 ਅਰਬ ਡਾਲਰ ਦੀ ਜਾਇਦਾਦ ਹੁਣ ਕਤਰ ਨੂੰ ਮਿਲ ਗਈ ਹੈ, ਜੋ ਈਰਾਨ ਅਤੇ ਅਮਰੀਕਾ ਦੀ ਯੋਜਨਾਬੱਧ ਕੈਦੀਆਂ ਦੀ ਅਦਲਾ ਬਦਲੀ ਦੀ ਯੋਜਨਾ ਲਈ ਇੱਕ ਅਹਿਮ ਕਾਰਕ ਹੈ। ਈਰਾਨ ਦੇ ਅਧਿਕਾਰੀ ਨੇ ਬੀਤੇ ਦਿਨ ਇਸ ਬਾਰੇ ਜਾਣਕਾਰੀ ਦਿੱਤੀ। ਨਸੀਰ ਕਨਾਨੀ ਨੇ ਸਰਕਾਰੀ ਟੈਲੀਵਿਜ਼ਨ ਤੇ ਪ੍ਰਸਾਰਿਤ ਪ੍ਰੈਸ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ, ਪਰ ਇਸ ਵਿੱਚ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ। ਕਨਾਨੀ ਦੇ ਐਲਾਨ ਦੇ ਕੁਝ ਹਫ਼ਤੇ ਪਹਿਲਾਂ ਈਰਾਨ ਨੇ ਕਿਹਾ ਸੀ ਕਿ ਵਿਸ਼ਵਾਸ ਬਹਾਲੀ ਦੇ ਕਦਮ ਦੇ ਤਹਿਤ 5 ਈਰਾਨੀ ਅਮਰੀਕੀ ਨਾਗਰਿਕਾਂ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ, ਜਦੋਂ ਕਿ ਸਿਓਲ ਨੇ ਦੱਖਣੀ ਕੋਰੀਆ ਦੀ ਮੁਦਰਾ ਵੋਨ ਵਿੱਚ ਫ੍ਰੀਜ਼ ਕੀਤੀ ਗਈ ਸੰਪत्ति ਨੂੰ ਯੂਰੋ ਵਿੱਚ ਬਦਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਬਾਰੇ ਕਨਾਨੀ ਨੇ ਕਿਹਾ ਕਿ ਇਸ ਧਨ ਨੂੰ ਇਸ ਤੋਂ ਬਾਅਦ ਕਤਰ ਭੇਜਿਆ ਜਾਵੇਗਾ। ਕਤਰ ਈਰਾਨ ਅਤੇ ਅਮਰੀਕਾ ਦਰਮਿਆਨ ਗੱਲਬਾਤ ਵਿੱਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਅਦਲਾ ਬਦਲੀ ਫਾਰਸ ਦੀ ਖਾੜੀ ਵਿੱਚ ਇੱਕ ਵੱਡੇ ਅਮਰੀਕੀ ਫੌਜੀ ਜਮਾਵੜੇ ਦਰਮਿਆਨ ਸਾਹਮਣੇ ਆਈ ਹੈ, ਜਿਸ ਵਿੱਚ ਅਮਰੀਕੀ ਫੌਜੀਆਂ ਦੇ ਹੋਰਮੁਜ਼ ਜਲਡਮਰੂ ਵਿੱਚ ਵਪਾਰਕ ਸਮੁੰਦਰੀ ਜਹਾਜ਼ਾਂ ਵਿੱਚੋਂ 20% ਜਹਾਜ਼ ਹੋਰਮੁਜ਼ ਜਲਡਮਰੂ ਵਿੱਚੋਂ ਲੰਘਦੇ ਹਨ। ਇਸ ਸਮਝੌਤੇ ਨੇ ਪਹਿਲਾਂ ਹੀ ਰਾਸ਼ਟਰਪਤੀ ਜੋ ਬਾਈਡਨ ਨੂੰ ਰਿਪਬਲਿਕਨ ਪਾਰਟੀ ਅਤੇ ਹੋਰ ਲੋਕਾਂ ਦੀ ਆਲੋਚਨਾ ਦਾ ਸ਼ਿਕਾਰ ਬਣਾ ਦਿੱਤਾ ਹੈ। ਇਸ ਮਾਮਲੇ ਬਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਜਿਹੇ ਸਮੇਂ ਵਿੱਚ ਈਰਾਨ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰ ਰਿਹਾ ਹੈ, ਜਦੋਂ ਈਰਾਨ ਅਮਰੀਕੀ ਫੌਜੀਆਂ ਅਤੇ ਪੱਛਮੀ ਏਸ਼ੀਆ ਦੇ ਸਹਿਯੋਗੀ ਦੇਸ਼ਾਂ ਲਈ ਇੱਕ ਵੱਧਦਾ ਖਤਰਾ ਬਣ ਗਿਆ ਹੈ। ਇਹ ਉਹਨਾਂ ਦੇ ਰਾਸ਼ਟਰਪਤੀ ਅਹੁਦੇ ਦੀ ਮੁੜ ਚੋਣ ਮੁਹਿੰਮ ਦਾ ਇੱਕ ਮੁੱਦਾ ਬਣ ਸਕਦਾ ਹੈ। ਬਿਜਲੀ ਦੇ ਵੱਡੇ ਬਿੱਲਾਂ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਵੱਡੇ ਪੱਧਰ ਤੇ ਅਸੰਤੋਸ਼ ਫੈਲ ਗਿਆ ਹੈ ਅਤੇ ਬਿੱਲਾਂ ਦੇ ਭੁਗਤਾਨ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ। ਸੈਂਕੜੇ ਪ੍ਰਦਰਸ਼ਨਕਾਰੀ ਪੀਓਕੇ ਦੀਆਂ ਸੜਕਾਂ ਤੇ ਨਿਕਲ ਆਏ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਬਿਜਲੀ ਦੇ ਜ਼ਿਆਦਾ ਬਿੱਲਾਂ ਕਾਰਨ ਤੰਗ ਪਰੇਸ਼ਾਨ ਹਨ। ਹੁਣ ਇਹ ਨਵਾਂ ਵਿੱਤੀ ਦਬਾਅ ਪਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਸਮੂਹਿਕ ਤੌਰ ਤੇ ਵਾਅਦਾ ਕੀਤਾ ਹੈ ਕਿ ਜਦੋਂ ਤੱਕ ਬਿਜਲੀ ਦੇ ਬਿੱਲ ਨਹੀਂ ਘਟਾਏ ਜਾਂਦੇ, ਉਹ ਇਹਨਾਂ ਬਿੱਲਾਂ ਦਾ ਭੁਗਤਾਨ ਨਹੀਂ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਣ ਬਿਜਲੀ ਪ੍ਰੋਜੈਕਟ ਪਾਕਿਸਤਾਨ ਦੀ ਬਿਜਲੀ ਸਪਲਾਈ ਦੀ ਜੀਵਨਧਾਰਾ ਹਨ ਅਤੇ ਫਿਰ ਵੀ ਉਹਨਾਂ ਨੂੰ ਇਸ ਲਈ ਵਾਧੂ ਪੈਸੇ ਦੇਣੇ ਪੈਂਦੇ ਹਨ, ਜੋ ਕਿ ਪੂਰੀ ਤਰ੍ਹਾਂ ਨਾਲ ਬੇਇਨਸਾਫੀ ਹੈ। ਉੱਥੇ ਮੌਜੂਦ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅਸੀਂ ਕੁਝ ਗਲਤ ਨਹੀਂ ਕਰ ਰਹੇ ਹਾਂ, ਨਾ ਹੀ ਅਸੀਂ ਕੁਝ ਚੋਰੀ ਕਰ ਰਹੇ ਹਾਂ, ਸਗੋਂ ਅਸੀਂ ਸਾਡੀ 5000 ਮੈਗਾਵਾਟ ਬਿਜਲੀ ਲੈਣ ਵਾਲਿਆਂ ਤੋਂ ਆਪਣੇ ਹਿੱਸੇ ਦਾ ਕੁਝ ਹਿੱਸਾ ਵਾਪਸ ਮੰਗ ਰਹੇ ਹਾਂ।
ਰਿਪਬਲਿਕਨ ਵੱਲੋਂ ਰਾਸ਼ਟਰਪਤੀ ਚੋਣ ਦੀ ਉਮੀਦਵਾਰੀ ਹਾਸਲ ਕਰਨ ਲਈ ਯਤਨ ਕਰ ਰਹੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ H1B ਵੀਜ਼ੇ ਨੂੰ ਗੁਲਾਮੀ ਦੱਸਿਆ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਉਹ ਇਸ ਲੋਟਰੀ ਵਿਵਸਥਾ ਨੂੰ ਖਤਮ ਕਰਕੇ ਯੋਗਤਾ ਦੇ ਆਧਾਰ ਤੇ ਦਾਖਲਾ ਦੇਣ ਦੀ ਪ੍ਰਣਾਲੀ ਨੂੰ ਲਾਗੂ ਕਰਨਗੇ। ਤੁਹਾਨੂੰ ਦੱਸ ਦਈਏ ਕਿ H1B ਵੀਜ਼ਾ ਭਾਰਤੀ IT ਪੇਸ਼ੇਵਰਾਂ ਵਿਚਾਲੇ ਕਾਫੀ ਪਸੰਦੀਦਾ ਹੈ। ਇਹ ਇੱਕ ਗੈਰ ਅਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਿਰਤੀਆਂ ਨੂੰ ਵਿਸ਼ੇਸ਼ ਕਾਰੋਬਾਰਾਂ ਵਿੱਚ ਕੰਮ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਟੈਂਕ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਇਸ ਦੀ ਵਰਤੋਂ ਕਰਦੀ ਹੈ। ਦੱਸ ਦਈਏ ਕਿ ਰਾਮਾਸਵਾਮੀ ਨੇ ਖੁਦ 29 ਵਾਰ H1B ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕੀਤੀ ਹੈ। ਪੋਲੀਟੀਕਲ ਰਿਪੋਰਟ ਅਨੁਸਾਰ 2018 ਤੋਂ 2023 ਤੱਕ ਅਮਰੀਕੀ ਨਾਗਰਿਕ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੇ H1B ਵੀਜ਼ੇ ਤਹਿਤ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਰਾਮਾਸਵਾਮੀ ਦੀ ਸਾਬਕਾ ਕੰਪਨੀ ਰੋਇਵਨ ਸਾਈਜ਼ਿੰਸ ਲਈ 29 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ। ਰਾਮਾਸਵਾਮੀ ਨੇ ਕਿਹਾ ਕਿ ਲੋਟਰੀ ਪ੍ਰਣਾਲੀ ਨੂੰ ਅਸਲ ਯੋਗਤਾ ਆਧਾਰਿਤ ਪ੍ਰਵੇਸ਼ ਨਿਯਮ ਨਾਲ ਬਦਲਣ ਦੀ ਲੋੜ ਹੈ। ਇਹ ਸਮਝੌਤੇ ਤਹਿਤ ਗੁਲਾਮੀ ਦਾ ਇੱਕ ਰੂਪ ਹੈ ਜੋ ਸਿਰਫ ਉਸ ਕੰਪਨੀ ਨੂੰ ਲਾਭ ਪਹੁੰਚਾਉਂਦਾ ਹੈ ਜਿਸ ਨੇ ਇਸ ਦੀ ਵਰਤੋਂ ਕੀਤੀ ਹੋਵੇ ਅਤੇ ਮੈਂ ਇਸ ਨੂੰ ਖਤਮ ਕਰ ਦੇਣਾ ਚਾਹੁੰਦਾ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੂਨ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ 18 ਜੂਨ ਨੂੰ ਸਰੀ BC ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿੱਜਰ ਇੱਕ ਸੁਤੰਤਰ ਖਾਲਿਸਤਾਨੀ ਰਾਜ ਦੇ ਰੂਪ ਵਿੱਚ ਇੱਕ ਸਿੱਖ ਹੋਮਲੈਂਡ ਦੇ ਸਮਰਥਕ ਜਿਸ ਨੂੰ ਭਾਰਤ ਸਰਕਾਰ ਦੁਆਰਾ ਇੱਕ ਅੱਤਵਾਦੀ ਕਿਹਾ ਗਿਆ ਸੀ ਅਤੇ ਇੱਕ ਖਾੜਕੂ ਵੱਖਵਾਦੀ ਸਮੂਹ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਗਿਆ ਸੀ ਜਿਸ ਦਾ ਨਿੱਜਰ ਦੇ ਸਮਰਥਕਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਸੀ। ਹੁਣ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਉਪਕਰਣ ਕੋਲ ਇਹ ਮੰਨਣ ਦਾ ਕਾਰਨ ਹੈ ਕਿ ਭਾਰਤ ਸਰਕਾਰ ਦੇ ਏਜੰਟਾਂ ਨੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨੂੰ ਅੰਜਾਮ ਦਿੱਤਾ ਜੋ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਰਿਹਾ ਸੀ। ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਾਂ ਅਤੇ ਇੱਕ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਵਿਚਕਾਰ ਸੰਭਾਵੀ ਸੰਬੰਧ ਦੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਪੈਰਵੀ ਕਰ ਰਹੀਆਂ ਹਨ। ਟਰੂਡੋ ਨੇ ਕਿਹਾ ਕੈਨੇਡੀਅਨ ਧਰਤੀ ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਵਿਦੇਸ਼ੀ ਸਰਕਾਰ ਦੀ ਕੋਈ ਵੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਲਈ ਅਸਵੀਕਾਰਨਯੋਗ ਉਲੰਘਣਾ ਹੈ। ਇਹ ਬੁਨਿਆਦੀ ਨਿਯਮਾਂ ਦੇ ਉਲਟ ਹੈ ਜਿਸ ਦੁਆਰਾ ਆਜ਼ਾਦ, ਖੁੱਲ੍ਹੇ ਅਤੇ ਲੋਕਤੰਤਰੀ ਸਮਾਜ ਆਪਣੇ ਆਪ ਨੂੰ ਚਲਾਉਂਦੇ ਹਨ। ਟਰੂਡੋ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਉਮੀਦ ਲਾਈ ਹੋਈ ਹੈ ਅਸੀਂ ਇਸ ਮਾਮਲੇ ਵਿੱਚ ਆਪਣੇ ਸਹਿਯੋਗੀਆਂ ਨਾਲ ਬਹੁਤ ਗੰਭੀਰਤਾ ਨਾਲ ਕੰਮ ਅਤੇ ਤਾਲਮੇਲ ਬਣਾ ਰਹੇ ਹਾਂ। ਇਸ ਦੇ ਨਾਲ ਹੀ ਟਰੂਡੋ ਨੇ ਭਾਰਤ ਸਰਕਾਰ ਨੂੰ ਚੱਲ ਰਹੀ ਜਾਂਚ ਵਿੱਚ ਹਿੱਸਾ ਲੈਣ ਅਤੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਨੇਡਾ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਟਰੂਡੋ ਨੇ ਕਿਹਾ ਕਿ ਕੁਝ ਇੰਡੋ ਕੈਨੇਡੀਅਨ ਇਸ ਸਮੇਂ ਗੁੱਸੇ ਅਤੇ ਸ਼ਾਇਦ ਡਰੇ ਹੋਏ ਮਹਿਸੂਸ ਕਰ ਰਹੇ ਹਨ। ਆਓ ਅਸੀਂ ਇਸ ਨੂੰ ਸਾਨੂੰ ਬਦਲਣ ਦੀ ਇਜਾਜ਼ਤ ਨਾ ਦਈਏ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੈਲੇਨੀਆ ਜੋਲੀ ਨੇ ਕਿਹਾ ਕਿ ਉਹਨਾਂ ਨੇ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਕੱਢਣ ਦਾ ਹੁਕਮ ਦਿੱਤਾ ਹੈ। ਉਹ ਡਿਪਲੋਮੈਟ ਕੈਨੇਡਾ ਵਿੱਚ ਭਾਰਤੀ ਵਿਦੇਸ਼ੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਯਾਨੀ ਕਿ ਰॉ ਦਾ ਮੁਖੀ ਹੈ। ਜੋਲੀ ਨੇ ਕਿਹਾ ਕਿ ਮੇਰੀਆਂ ਉਮੀਦਾਂ ਸਪਸ਼ਟ ਹਨ। ਮੈਂ ਉਮੀਦ ਕਰਦੀ ਹਾਂ ਕਿ ਭਾਰਤ ਸਾਡੇ ਨਾਲ ਪੂਰੀ ਤਰ੍ਹਾਂ ਸਹਿਯੋਗ ਕਰੇਗਾ ਅਤੇ ਇਸ ਦੀ ਤਹਿ ਤੱਕ ਪਹੁੰਚੇਗਾ। ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਮਾਮਲੇ ਵਿੱਚ RCMP ਕਤਲ ਦੀ ਜਾਂਚ ਦੀ ਅਗਵਾਈ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਵਾਂਗੇ ਅਤੇ ਉਹਨਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਵਾਂਗੇ। ਟਰੂਡੋ ਨੇ ਕਿਹਾ ਕਿ ਉਹਨਾਂ ਨੇ ਇਹ ਮਾਮਲਾ ਪਿਛਲੇ ਹਫ਼ਤੇ ਨਵੀਂ ਦਿੱਲੀ ਵਿੱਚ G20 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਇਆ ਸੀ। ਰਿਪੋਰਟਾਂ ਮੁਤਾਬਕ ਟਰੂਡੋ ਅਤੇ ਮੋਦੀ ਦਾ ਲੰਬੇ ਸਮੇਂ ਤੋਂ ਤਲਖੀ ਵਾਲਾ ਰਿਸ਼ਤਾ ਰਿਹਾ ਹੈ। ਉਸ ਸਿਖਰ ਸੰਮੇਲਨ ਦੇ ਮੌਕੇ ਤੇ ਦੋਵਾਂ ਨੇਤਾਵਾਂ ਦਰਮਿਆਨ ਹੋਈ ਦੁਵੱਲੀ ਮੁਲਾਕਾਤ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ ਤਿੱਖੀ ਸ਼ਬਦਾਵਲੀ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਮੋਦੀ ਨੇ ਟਰੂਡੋ ਕੋਲ ਕੈਨੇਡਾ ਵਿੱਚ ਕੱਟੜਪੰਥੀ ਤੱਤਾਂ ਦੇ ਭਾਰਤ ਵਿਰੋਧੀ ਕਾਰਕੁਨਾਂ ਨੂੰ ਜਾਰੀ ਰੱਖਣ ਬਾਰੇ ਸਖਤ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਬਿਆਨ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਵਿੱਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਡਿਪਲੋਮੈਟਾਂ ਵਿਰੁੱਧ ਹਿੰਸਾ ਭੜਕਾਉਣ, ਡਿਪਲੋਮੈਟਿਕ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਨੂੰ ਧਮਕੀ ਦੇਣ ਵਾਲੇ ਤੱਤ ਸ਼ਾਮਲ ਹਨ। ਭਾਰਤ ਸਰਕਾਰ ਨੇ ਦੋਹਾਂ ਦੇਸ਼ ਨੂੰ ਅਜਿਹੇ ਖਤਰਿਆਂ ਨਾਲ ਨਜਿੱਠਣ ਲਈ ਸਹਿਯੋਗ ਕਰਨ ਲਈ ਕਿਹਾ ਸੀ, ਪਰ ਮੀਡੀਆ ਰਿਪੋਰਟ ਮੁਤਾਬਕ ਉਸੇ ਮੀਟਿੰਗ ਤੇ ਕੈਨੇਡੀਅਨ ਸੰਚਾਰ ਵਿੱਚ ਵੱਖਵਾਦ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਟਰੂਡੋ ਦੇ ਬਿਆਨ ਤੋਂ ਬਾਅਦ ਇਹ ਉਮੀਦ ਲਾਈ ਜਾ ਰਹੀ ਹੈ ਕਿ ਭਾਰਤ ਸਰਕਾਰ ਨੇ ਇਸ ਵਿਸ਼ੇ ਤੇ ਗੱਲ ਕਿਉਂ ਨਹੀਂ ਕੀਤੀ, ਇਹ ਹੁਣ ਬਿਲਕੁਲ ਸਾਫ਼ ਹੈ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।